ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਸਾਨੂੰ ਅੱਜ ਬਖਸ਼ਿਸ਼ ਕੀਤੀ ਹੈ ਸ਼ਬਦ ਦੇ ਵਿੱਚ, ਸਹਿਜ ਗੁਣ ਗਾਈਐ ਜੀਓ। ਹੁਣ ਸਹਿਜ ਕੀ ਹੁੰਦਾ ਹੈ? ਗੁਰੂਦੇਵ ਜੀ ਫਰਮਾਉਂਦੇ ਨੇ ਕਿ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਪਾਪ ਤੇ ਪੁੰਨ ਦੋਵੇ ਮਾਰ ਜਾਏ ਇਕਤ ਕਰ ਆਵੈ, ਗੁਰਮਤਿ ਸਹਿਜ ਸਮਾਵਣਿਆ। ਹੁਣ ਮਹਾਰਾਜ ਕਹਿੰਦੇ ਭਾਈ ਤੇਰੀ ਕਾਇਆ ਦੇ ਵਿੱਚ, ਜਿਹੜੀ ਤੇਰੀ ਕਾਇਆ ਉਹ ਕਾਹਦੇ ਨਾਲ ਚੱਲਦੀ ਆ? ਉਹ ਪਾਪ ਤੇ ਪੁੰਨ ਨਾਲ। ਜਿਹੜੀ ਤੇਰੀ ਸ੍ਰਿਸ਼ਟੀ ਬਣੀ ਹੋਈ ਆ, ਤੇਰਾ ਜਿਹੜਾ ਅੱਜ ਦੇ ਮੋਮੈਂਟ ਤੱਕ ਤੂੰ ਪਹੁੰਚਿਆ ਹੋਇਆ, ਇਹ ਪਾਪ ਤੇ ਪੁੰਨ ਦੇ ਕਰਮਾਂ ਦੇ ਫਲ ਨਾਲ ਪਹੁੰਚਿਆ ਹੋਇਆ। ਹੁਣ ਪਾਪ ਕੀ ਹੁੰਦਾ? ਮਹਾਰਾਜ ਕਹਿੰਦੇ ਵੀ ਜਿਹੜਾ ਪਾਪ ਹੁੰਦਾ, ਇਹਦਾ ਜਿਹੜਾ ਮੇਨ ਇਹਦਾ ਜੜ ਹੁੰਦੀ ਆ, ਉਹ ਲੋਭ ਹੁੰਦੀ ਆ, ਅਗਿਆਨਤਾ ਹੁੰਦੀ ਆ। ਉਸ ਅਗਿਆਨਤਾ ਦੇ ਮਗਰ ਲੱਗ ਕੇ ਇਨਸਾਨ ਵਿਸ਼ਿਆਂ ਦੇ ਵਿੱਚ, ਇੰਦਰੀਆਂ ਦੀ ਗ੍ਰਿਸਤ ਵਿੱਚ ਆ ਜਾਂਦਾ। ਅਤੇ ਪੁੰਨ ਕੀ ਹੁੰਦੇ ਨੇ? ਮਹਾਰਾਜ ਕਹਿੰਦੇ ਵੀ ਪੁੰਨ ਉਹ ਸਾਡੇ ਸ਼ੁਭ ਕਰਮ ਹੁੰਦੇ ਨੇ, ਅਤੇ ਜਿਹੜੇ ਸ਼ੁਭ ਕਰਮ ਕਰਨ ਦੇ ਨਾਲ ਸਾਡੇ ਹਿਰਦੇ ਵਿੱਚ ਉਦਾਰਤਾ ਆਉਂਦੀ ਆ, ਦਿਆਲਤਾ ਆਉਂਦੀ ਆ, ਅਤੇ ਇਹਦੇ ਵਿੱਚੋਂ ਹੀ ਪਰਉਪਕਾਰ ਪੈਦਾ ਹੁੰਦਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦੋਨਾਂ ਤੋਂ ਸਾਨੂੰ ਉੱਪਰ ਉੱਠਣ ਨੂੰ ਕਹਿੰਦੇ ਨੇ। ਪਾਪ ਤਾਂ ਅਸੀਂ ਕਰਨਾ ਹੀ ਨਹੀਂ ਹੈਗਾ ਨਾ, ਪਾਪ ਤੇ ਅਸੀਂ ਛੱਡਣਾ ਹੀ ਛੱਡਣਾ। ਮਹਾਰਾਜ ਕਹਿੰਦੇ ਭਾਈ ਤੂੰ ਪੁੰਨ ਨੂੰ ਵੀ ਛੱਡ। ਤੇ ਜੇ ਤੂੰ ਦੋਨਾਂ ਦੇ ਵਿੱਚ ਫਸਿਆ ਰਹਿ ਗਿਆ ਨਾ, ਧਿਆਨ ਰੱਖੀ ਕਿ ਪਾਪ ਪੁੰਨ ਕੀ ਸਾਰ ਨਾ ਜਾਣੀ। ਜੇ ਤੂੰ ਇਹਨਾਂ ਦੇ ਸੁਭਾਅ ਦੇ ਬਾਰੇ ਨਾ ਜਾਣਿਆ ਨਾ, ਦੂਜੇ ਲਾਗੀ ਭਰਮ ਭੁਲਾਣੀ, ਤੇ ਪੁੰਨ ਵੀ ਤੇਰਾ ਕਰਿਆ ਹੋਇਆ ਤੈਨੂੰ ਫਸਾ ਕੇ ਰੱਖ ਦੇਗਾ। ਗੁਰੂਦੇਵ ਜੀ ਕਹਿੰਦੇ ਨੇ ਕਿ ਪਾਪੀ ਪੁੰਨੀ ਪਾਪੀ ਆਖਣ ਨਾਹੀਂ। ਮੈਂ ਇਹਨਾਂ ਦੋਨਾਂ ਨੂੰ ਨਹੀਂ ਮੰਨਦਾ ਵੀ ਆਹ ਪੁੰਨੀ ਆ ਜਾਂ ਆਹ ਪਾਪੀ ਆ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਉਹਨੂੰ ਉਹਦੇ ਕਰਨੇ ਦਾ ਫਲ ਮਿਲ ਜਾਏਗਾ। ਪਾਪੀ ਨੂੰ ਪਾਪ ਦਾ ਫਲ ਮਿਲ ਜਾਏਗਾ, ਪੁੰਨ ਨੂੰ ਪੁੰਨੀ ਦਾ ਫਲ ਮਿਲ ਜਾਏਗਾ। ਪਰ ਜਿਹੜਾ ਮੈਂ ਰਸਤਾ ਚਲਾਇਆ, ਜਿਹੜਾ ਇੱਕ ਓੰਕਾਰ ਦਾ ਸ਼ਬਦ ਦਾ ਰਸਤਾ ਮੈਂ ਚਲਾਇਆ, ਮੇਰੇ ਸਿੱਖਾਂ ਨੂੰ ਮੈਂ ਦੋਨਾਂ ਤੋਂ ਹੀ ਉੱਪਰ ਚੁੱਕ ਕੇ ਲੈ ਕੇ ਜਾਣਾ ਚਾਹੁੰਦਾ। ਮਹਾਰਾਜ ਕਹਿੰਦੇ ਨੇ ਕਿ ਦੂਜੇ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣੇ। ਮਗ ਹੁੰਦਾ ਰਸਤਾ। ਜੇ ਤੂੰ ਪਾਪ ਤੇ ਪੁੰਨ ਵਿੱਚ ਫਸਿਆ ਰਹਿ ਗਿਆ ਨਾ, ਤਾਂ ਇਹ ਸਮਝ ਲੈ ਕਿ ਤੂੰ ਤਰੱਕੀ ਨਹੀਂ ਕੀਤੀ ਹੈਗੀ ਕੋਈ। ਕਈ ਵਾਰੀ ਇਨਸਾਨ ਦਾ ਪੁੰਨ ਕਰਨਾ ਉਹਦੇ ਹੰਕਾਰ ਨੂੰ ਬਲਕਿ ਬੜਾਵਾ ਦੇਣ ਦੇ ਬਰਾਬਰ ਹੁੰਦਾ ਕਿ ਮੈਂ ਬਹੁਤ ਵੱਡਾ ਪੁੰਨੀ ਹਾਂ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲਾਂ ਹੀ ਰਿਜੈਕਟ ਕਰਤਾ ਕਿ ਪੁੰਨੀ ਪਾਪੀ ਨਾ, ਇਹ ਮੈਂ ਮੰਨਦਾ ਨਹੀਂ ਹੈਗਾ ਦੋਨਾਂ ਨੂੰ ਗੱਲਾਂ। ਉਹ ਕਹਿੰਦੇ ਨੇ ਕਿ ਪਾਪ ਪੁੰਨ ਦੋਏ ਏਕ ਸਮਾਨ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਕਿ ਪਾਪ ਪੁੰਨ ਦੋਏ ਏਕ ਸਮਾਨ। ਜਿਹੜਾ ਪੁੰਨ ਤੂੰ ਕਿਸੇ ਪਾਪ ਨੂੰ ਆਸਰਾ ਦੇਣ ਵਾਸਤੇ ਕਰਿਆ, ਮੇਰੀ ਨਜ਼ਰ ਵਿੱਚ ਭਾਈ ਇਹ ਪਾਪ ਹੀ ਆ, ਮੈਂ ਇਹਨੂੰ ਨਹੀਂ ਮੰਨਦਾ। ਅਤੇ ਗੁਰੂਦੇਵ ਜੀ ਦਾ ਇੱਕ ਹੋਰ ਬੜਾ ਪਿਆਰਾ ਸ਼ਬਦ ਆਉਂਦਾ। ਉਹ ਕਹਿੰਦੇ ਨੇ ਕਿ ਪਾਪ ਪੁੰਨ ਵਰਤੈ ਸੰਸਾਰਾ। ਇਸ ਸੰਸਾਰ ਦੇ ਵਿੱਚ ਪਾਪ ਤੇ ਪੁੰਨ ਦਾ ਭਾਈ ਵਰਤਾਰਾ ਚੱਲਦਾ। ਹਰਖ ਸੋਗ ਸੁੱਖ, ਹਰਖ ਸੋਗ ਸਭ ਦੁੱਖ ਹੈ ਭਾਰਾ। ਜੇ ਪਾਪ ਦਾ ਫਲ ਸੋਗ ਆ ਜਾਂਦਾ ਅਤੇ ਪੁੰਨਾਂ ਦਾ ਫਲ ਹਰਖ ਆ ਜਾਂਦਾ, ਭਾਵ ਖੁਸ਼ੀ ਆ ਜਾਂਦੀ ਆ। ਅਤੇ ਜਿਹੜਾ ਗੁਰਮੁਖ ਆ, ਜਿਹੜਾ ਹੁਣ ਮੇਰੀ ਗੁਰਬਾਣੀ ਨਾਲ ਜੁੜੂ, ਮਹਾਰਾਜ ਕਹਿੰਦੇ ਗੁਰਮੁਖ ਹੋਵੇ। ਜਿਹੜਾ ਗੁਰਮੁਖ ਹੋਊਗਾ ਉਹ ਕੀ ਕਰੂਗਾ? ਗੁਰਮੁਖ ਹੋਵੇ ਸੋ ਸੁੱਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ। ਪਾਪ ਤੇ ਪੁੰਨ ਦੇ ਫਲ ਨੇ ਥੋੜ੍ਹੇ ਥੋੜ੍ਹੇ, ਉਹ ਮਿਲ ਜਾਂਦੇ ਨੇ, ਅਤੇ ਪਾਪ ਦੀ ਸਜ਼ਾ ਪੁੰਨ ਦਾ ਫਲ ਆ। ਪਰ ਜਿਹੜਾ ਗੁਰਮੁਖ ਆ ਉਹ ਕੀ ਮੰਗੂਗਾ? ਉਹ ਨਾਮ ਮੰਗੂਗਾ। ਨਾਮ ਅਸਲ ਦੇ ਵਿੱਚ ਸੁੱਖ ਆ। ਨਾਮ ਅਸਲ ਦੇ ਵਿੱਚ ਜੋ ਸੁੱਖ ਕਹੋ ਚਾਹੇ ਸਦਾ, ਨਾਮ ਅਸਲ ਦੇ ਵਿੱਚ ਪਰਮਾਤਮਾ ਆ। ਸੋ ਗੁਰੂਦੇਵ ਜੀ ਨੇ ਮਹਾਰਾਜ ਨੇ ਸਾਨੂੰ ਸਮਝਾਇਆ ਭਾਈ ਇਹ ਪੁੰਨ ਤੇ ਪਾਪ ਤੋਂ ਦੋਨਾਂ ਤੋਂ ਹੀ ਤੂੰ ਉੱਪਰ ਉੱਠ।
ਪਾਪ ਪੁੰਨ ਦੋਏ ਬੈਲ ਬਿਹਾਸੇ, ਪਵਨ ਪੂੰਜੀ ਪਰਗਾਸਿਓ। ਪਾਪ ਤੇ ਪੁੰਨ ਜਿਹੜੇ ਦੋ ਮਹਾਰਾਜ ਕਹਿੰਦੇ ਨੇ ਬੈਲ ਨੇ, ਤੇ ਇਹ ਪਵਨ ਆ ਜਿਹੜੀ ਪਵਨ ਪੂੰਜੀ। ਪਵਨ ਕੀ ਹੁੰਦੀ ਆ? ਪਵਨ ਹੁੰਦੀ ਆ ਆਵਾਜ਼, ਪਵਨ ਹੁੰਦੀ ਆ ਹਵਾ, ਪਵਨ ਹੁੰਦੀ ਆ ਸਵਾਸ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਜਿਵੇਂ ਆਪਾਂ ਕਹਿ ਦਿੰਦੇ ਹਾਂ ਪਵਨ, ਪਵਨ ਹੋ ਗਈ ਆਵਾਜ਼, ਪਵਨ ਗੁਰੂ, ਜਿਵੇਂ ਆਪਾਂ ਪਵਨ ਗੁਰੂ ਕਹਿ ਦਿੰਦੇ ਹਾਂ। ਅਤੇ ਉਹ ਕਹਿੰਦੇ ਵੀ ਇਹ ਪਵਨ ਪੂੰਜੀ, ਤੈਨੂੰ ਸਵਾਸਾਂ ਦੀ ਕੁਛ ਪਰਮਾਤਮਾ ਨੇ ਪੂੰਜੀ ਦਿੱਤੀ ਹੋਈ ਆ। ਇਹ ਜਿਹੜੇ ਪਾਪ ਤੇ ਪੁੰਨ ਦੋ ਬੈਲ ਨੇ ਨਾ, ਇਹਨਾਂ ਨੂੰ ਤੂੰ ਪਵਨ ਨਾਲ ਜਪ ਕੇ ਵਾਹਿਗੁਰੂ 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 ਜਪ ਕੇ ਇਹਨਾਂ ਦੋਨਾਂ ਤੋਂ ਹੀ ਭਾਈ ਉੱਚਾ ਉੱਠ ਜਾ। ਸੋ ਮਹਾਰਾਜ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ, ਉਹ ਕਹਿੰਦੇ ਨੇ ਕਿ ਹਰ ਜੀਓ ਕਿਰਪਾ ਕਰੇ। ਜਦੋਂ ਵਾਹਿਗੁਰੂ ਕਿਰਪਾ ਕਰਦਾ ਆ ਤਾਂ ਨਾਮ ਧਿਆਈਐ ਜੀਓ, ਅਤੇ ਤਾਂ ਉਹ ਨਾਮ ਦਾ ਖਜ਼ਾਨਾ ਮਿਲਦਾ ਜਦੋਂ ਪਰਮਾਤਮਾ ਕਿਰਪਾ ਕਰਦਾ। ਅਤੇ ਮਹਾਰਾਜ ਕਹਿੰਦੇ ਨੇ ਕਿ ਸਤਿਗੁਰ ਮਿਲੈ ਸਪਾਈ। ਹੁਣ ਇਹ ਪਾਪ ਤੇ ਪੁੰਨ ਤੋਂ ਮਹਾਰਾਜ ਅਸੀਂ ਕਿਵੇਂ ਉੱਚੇ ਉੱਠ ਸਕਦੇ ਹਾਂ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤੀ। ਉਹ ਕਹਿੰਦੇ ਕਿ ਕਰਮ ਕਰਤ ਹੋਵੇ ਨਿਹ ਕਰਮ। ਕਰਮ ਕਰਤ, ਜਦੋਂ ਤੂੰ ਕਰਮ ਕਰਦਾ ਤਾਂ ਕਰਮ ਦੇ ਵਿੱਚ ਕਰਮ ਕਰ, ਅਤੇ ਨਿਹ ਕਰਮ ਹੋ ਕੇ ਕਰਮ ਕਰ। ਅਤੇ ਜਦੋਂ ਅਸੀਂ ਕੋਈ ਫਲ ਦੀ ਇੱਛਾ ਰੱਖ ਕੇ ਕਰਮ ਕਰਦੇ ਹਾਂ ਕਿ ਆਹ ਚੀਜ਼ ਮੈਨੂੰ ਮਿਲੇ ਹੀ ਮਿਲੇ, ਅਤੇ ਉਹ ਤੁਹਾਡੀ ਵਾਸ਼ਨਾ ਹੋ ਗਈ, ਤੁਹਾਡੀ ਇੱਛਾ ਵਿੱਚ ਹੋ ਗਈ। ਮਹਾਰਾਜ ਕਹਿੰਦੇ ਕਰਮ ਕਰਤ ਹੋਵੇ, ਕਰਮ ਕਰਤ ਹੋਵੇ, ਹੋਵੇ ਭਾਵ ਇੱਛਾ ਨਾ ਰੱਖਣੀ, ਨਿਹ ਕਰਮ ਹੋ ਤਿਸ ਵੈਸ਼ਨੋ ਕਾ ਨਿਰਮਲ ਧਰਮ। ਇਹਦੇ ਵਿੱਚੋਂ ਇੱਦਾਂ ਕਰਨ ਦੇ ਨਾਲ ਤੇਰੇ ਹਿਰਦੇ ਵਿੱਚੋਂ ਭਾਈ ਨਿਰਮਲ ਧਰਮ ਪੈਦਾ ਹੋਊਗਾ। ਕਰਮ ਕਰਤ, ਕਰਮ ਕਰਦੇ ਹੋਏ ਕਰਮ ਦੇ ਵਿੱਚ 100% ਆਪਣਾ ਸੈਲਫ ਲਾਉਣਾ, ਕਰਮ ਦੇ ਵਿੱਚ ਆਪਣਾ ਕੰਪਲੀਟ ਧਿਆਨ ਲਗਾਉਣਾ। ਸੋ ਨਿਹਕਰਮੀ, ਗੁਰਦੇਵ ਜੀ ਕਹਿੰਦੇ ਨੇ ਨਿਹਕਰਮੀ ਕੌਣ ਹੁੰਦਾ ਨਿਹਕਰਮੀ? ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਸ਼ਬਦ ਦੀ ਵਿਚਾਰ ਕਰਨ ਵਾਲਾ, ਉਹਨੂੰ ਅਸੀਂ ਨਿਹਕਰਮੀ ਕਹਿੰਦੇ ਹਾਂ। ਅੰਤਰ ਤੱਤ ਗਿਆਨ ਹਉਮੈ ਮਾਰੇ। ਨਿਹਕਰਮੀ ਕਰਮ ਦੇ ਵਿੱਚ ਵਿਸ਼ਵਾਸ ਰੱਖਦਾ, ਉਹ ਫਲ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅੰਤਰ ਤੱਤ ਗਿਆਨ, ਅੰਦਰ ਦੇ ਤੱਤ ਦੇ ਨਾਲ, ਵਿਸ਼ਵਾਸ ਦੇ ਨਾਲ, ਗਿਆਨ ਦੇ ਨਾਲ ਹਉਮੈ ਨੂੰ ਉਹ ਕੱਟ ਦਿੰਦਾ ਹੈ। ਨਾਮ ਪਦਾਰਥ ਨਾਉ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਹਉਮੈ ਕਰੇ ਨਿਹਕਰਮੀ ਨਾ ਹੋਵੇ। ਜੇ ਫਲ ਦੀ ਇੱਛਾ ਰੱਖੀ ਹੈ, ਮਹਾਰਾਜ ਕਹਿੰਦੇ ਹਉਮੈ ਕਰੇ ਨਿਹਕਰਮੀ ਨਾ ਹੋਵੇ, ਗੁਰ ਪ੍ਰਸਾਦੀ ਹਉਮੈ ਖੋਵੇ। ਗੁਰੂ ਦੀ ਕਿਰਪਾ, ਜਿਵੇਂ ਮਹਾਰਾਜ ਨੇ ਕਿਹਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਜਦੋਂ ਅਸੀਂ ਨਿਹਕਰਮ ਹੋ ਕੇ ਕਰਮ ਕਰਦੇ ਹਾਂ, ਭਾਵ ਕੋਈ ਇੱਛਾ, ਸਿਰਫ ਖੁਸ਼ੀ ਨਾਲ ਕਰਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਰਫ ਬਾਣੀ ਪੜ੍ਹਨ ਲਈ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਗੁਰਮੰਤਰ ਜਪਦੇ ਹਾਂ, ਸਿਰਫ ਗੁਰਮੰਤਰ ਜਪਣ ਲਈ ਕਿ ਗੁਰੂ ਦਾ ਹੁਕਮ ਆ, ਇਹ ਮੈਂ ਕਰਮ ਕਰਨਾ। ਜਦੋਂ ਅਸੀਂ ਗੁਰਮੰਤਰ ਜਪਣ ਲਈ ਗੁਰਮੰਤਰ ਜਪਦੇ ਹਾਂ, ਗੁਰਬਾਣੀ ਪੜ੍ਹਨ ਲਈ, ਨਿਤਨੇਮ ਕਰਨ ਲਈ ਹੀ ਨਿਤਨੇਮ ਕਰਦੇ ਹਾਂ, ਅਸਲ ਦੇ ਵਿੱਚ ਉਹ ਨਿਹਕਰਮ ਆ। ਮਹਾਰਾਜ ਕਹਿੰਦੇ ਅੰਤਰ ਵਿਵੇਕ, ਉਹਦੇ ਵਿੱਚੋਂ ਭਾਈ ਵਿਵੇਕ ਪੈਦਾ ਹੋਏਗਾ, ਕਿਉਂਕਿ ਉਹ ਗੁਰੂ ਦਾ ਹੁਕਮ ਖੁਸ਼ੀ ਨਾਲ ਮੰਨਿਆ ਸੀ ਨੇ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਉੱਥੋਂ ਆਪ ਦੀ ਵਿਚਾਰ ਸ਼ੁਰੂ ਹੋਏਗੀ। ਗੁਰ ਸ਼ਬਦੀ ਗੁਣ ਗਾਵਣਿਆ। ਗੁਰੂ ਮਹਾਰਾਜ ਨੇ ਸਾਨੂੰ ਅੱਜ ਜੋ ਹੁਕਮਨਾਮਾ ਸਾਹਿਬ ਦਿੱਤਾ, ਸਤਿਗੁਰ ਮਿਲੇ ਸੁਭਾਏ ਪ੍ਰੇਮ ਦੇ ਵਿੱਚ। ਸੁਭਾਏ ਕੀ ਹੁੰਦਾ ਜੀ? ਪ੍ਰੇਮ ਦੇ ਵਿੱਚ ਨਿਹਕਰਮ ਹੁੰਦਿਆਂ ਸਤਿਗੁਰ ਮਿਲਿਆ ਸੁਭਾਏ, ਸਹਿਜ ਗੁਣ ਗਾਈਐ ਜੀਓ। ਆਹ ਸਹਿਜ ਦੀ ਅਵਸਥਾ ਸਾਨੂੰ ਜੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਪਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਸਹਿਜ ਵਸਾਏ ਕਿ ਅਸੀਂ ਗੁਰੂ ਤੋਂ ਹੀ ਮੰਗਣਾ ਹੁੰਦਾ, ਜੋ ਵੀ ਮੰਗਣਾ ਹੁੰਦਾ। ਗੁਰੂ ਮਹਾਰਾਜ ਸਾਨੂੰ ਪਰ ਬਹੁਤ ਉੱਚੀ ਅਵਸਥਾ 'ਤੇ ਲੈ ਕੇ ਜਾਂਦੇ ਨੇ ਕਿ ਤੂੰ ਸਹਿਜ ਵਿੱਚ ਆ ਜਾ, ਦੇਖੀ ਕਿਤੇ ਤੂੰ ਮੰਗਾਂ ਦੇ ਵਿੱਚ, ਪੰਨਾਂ ਦੇ ਵਿੱਚ, ਪਾਪਾਂ ਦੇ ਵਿੱਚ ਹੀ ਫਸ ਕੇ ਨਾ ਰਹਿ ਜੀ। ਉਮਰ ਥੋੜ੍ਹੀ ਆ ਤੇਰੇ ਕੋਲ, ਜ਼ਿਆਦਾ ਸਪੈਨ ਨਹੀਂ ਹੈਗਾ ਲਾਈਫ ਦਾ। ਹਰ ਰੋਜ਼ ਦਿਨ ਘਟਦਾ ਜਾਂਦਾ, ਰਾਤ ਘਟਦੀ ਜਾਂਦੀ ਆ ਉਮਰ। ਸੋ ਇਸ ਕਰਕੇ
ਤੂੰ ਸਹਿਜ ਦੇ ਵਿੱਚ ਆ, ਕਿਉਂਕਿ ਕਰਮ ਕਰਤ ਹੋਵੇ ਨਹਿ ਕਰਮ। ਅਤੇ ਜਦੋਂ ਵੀ ਪਾਠ ਕਰਨਾ, ਆਪਾਂ ਬਾਣੀ ਪੜ੍ਹਨੀ ਆ, ਕੋਈ ਗੁਰੂ ਸਾਹਿਬ ਨੇ ਨਿਤਨੇਮ ਕਰਾਉਣਾ, ਤਾਂ ਅਸੀਂ ਇਹ ਕਹਿਣਾ ਮਹਾਰਾਜ ਤੁਸੀਂ ਜਗਾ ਕੇ ਕਰਵਾ ਲਿਆ, ਮੈਂ ਨਹੀਂ ਸੀ ਕਰ ਸਕਦਾ। ਜਦੋਂ ਅਸੀਂ ਇੱਦਾਂ ਕਹਿੰਦੇ ਹਾਂ ਕਿ ਤੁਸੀਂ ਜਗਾ ਕੇ ਕਰਵਾ ਲਿਆ, ਅਸਲ ਦੇ ਵਿੱਚ ਇਹ ਨਿਹਕਰਮ ਹੋਣ ਵੱਲ ਦਾ ਪਹਿਲਾ ਸਟੈਪ ਆ। ਫਿਰ ਜਿਵੇਂ ਜਿਵੇਂ ਆਪਾਂ ਇੱਦਾਂ ਕਹਿਣ ਲੱਗ ਜਾਂਦੇ ਹਾਂ ਤਾਂ ਹਿਰਦੇ ਵਿੱਚ ਇਹ ਚੀਜ਼ਾਂ ਵਸਣ ਲੱਗ ਜਾਂਦੀਆਂ ਨੇ, ਅਤੇ ਹਿਰਦੇ ਵਿੱਚੋਂ ਕਰਮ ਨੂੰ ਪਕੜਨ ਦੀ ਜਿਹੜੀ ਸ਼ਕਤੀ ਆ ਉਹ ਘਟਦੀ ਜਾਂਦੀ ਆ, ਅਤੇ ਮਨ ਨਿਹਕਰਮ ਹੁੰਦਾ ਜਾਂਦਾ, ਅਤੇ ਸਾਡੇ ਕਰਮ ਦੇ ਵਿੱਚੋਂ ਨਿਹਕਰਮ ਹੁੰਦਾ ਜਾਂਦਾ। ਉਹ ਨਿਹਕਰਮ ਹੋਣਾ ਹੀ ਫਲ ਆ। ਜਿਹੜਾ ਨਿਹਕਰਮ ਹੋਣਾ, ਕਰਮ ਕਰਤ ਹੋਵੇ ਨਿਹਕਰਮ, ਜਿਹੜਾ ਕਰਮ ਹੋਣਾ ਹੀ, ਨਿਹਕਰਮ ਹੋਣਾ ਹੀ ਫਲ ਆ, ਉਹ ਹੀ ਸਹਿਜ ਆ। ਸੋ ਮਹਾਰਾਜ ਨੇ ਬੜਾ ਪਿਆਰਾ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ। ਬੇਅੰਤ ਭੁੱਲਾਂ ਚੁੱਕਾਂ ਦੀ ਸਮਾਂ ਗੁਰੂ ਮਹਾਰਾਜ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਮੇਰੇ ਹਿਰਦੇ ਵਿੱਚ ਵਸੇ, ਆਪ ਜੀ ਦੇ ਹਿਰਦੇ ਵਿੱਚ ਵਸੇ, ਜੀਵਨ ਦੇ ਵਿੱਚ ਵਸੇ। ਬੇਅੰਤ ਭੁੱਲਾਂ ਚੁੱਕਾਂ ਦੀ ਸਮਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਰ ਨ ਤੇਰੀ ਬਾਤੇ।